ट्रक वाला बैठा ले गया तो मुझे उसने बोली भी तो हम घर के पास उतार देंगे। उसने घर नहीं उतारा, मुझे सीधो राजस्थान ले गया। राजस्थान में होटल पे छोड़ दिया था उसने मुझे। ਜਿਵੇਂ ਬੱਚੇ ਲੋਕਾਂ ਦੇ ਗੁੰਮ ਹੋ ਜਾਂਦੇ ਉਹਨਾਂ ਦੇ ਵੀ ਪਰਿਵਾਰਾਂ 'ਚ ਬੱਚੇ ਘਰੇ ਆਣ, ਜਿਵੇਂ ਮੇਰਾ ਬੱਚਾ 14 ਸਾਲਾਂ ਬਾਅਦ ਆਇਆ। ਕਿੱਦਾਂ ਖੋ ਕਿੱਦਾਂ ਗਿਆ ਸੀਗਾ? ਤੁਸੀਂ ਨਾਲ ਨਹੀਂ ਸੀਗੇ ਉਦੋਂ? ਨਹੀਂ, ਮੈਂ ਨਹੀਂ ਗਈ ਸੀਗੀ, ਇਹ ਇਕੱਲਾ ਹੀ ਗਿਆ ਸੀਗਾ। ਵੀਰਾ ਆ ਗਿਆ ਸਾਡਾ, ਇੰਨੀ ਲੱਕੜੀ ਦਾ ਗਿਫਟ ਹੈ ਜੀ, ਬਹੁਤ ਵੱਡਾ ਸਾਡੇ ਲਈ। ਕਿਉਂਕਿ ਸਾਡਾ ਪਾਪਾ ਹੁੰਦਾ ਸੀ ਨਾ, ਸਾਨੂੰ ਸਾਰੀਆਂ ਖੁਸ਼ੀਆਂ ਮਹਿਸੂਸ ਹੁੰਦੀਆਂ ਸੀ। ਅੱਜ ਉਹ ਹੈ ਨਹੀਂ ਤਾਂ ਅੱਜ ਕੋਈ ਵੀ ਖੁਸ਼ੀ ਨਹੀਂ, ਬਸ ਇਹਨੂੰ ਮਿਲ ਲਿਆ, ਬਹੁਤ ਵੱਡੀ ਖੁਸ਼ੀ ਹੈ ਜੀ ਸਾਡੇ ਲਈ ਅੱਜ। ਆਂਟੀ ਪਹਿਚਾਣ ਕਿੱਦਾਂ ਹੋਈ ਤੁਹਾਨੂੰ ਕਿ ਮੇਰਾ ਹੀ ਮੁੰਡਾ ਘਰ ਆਇਆ? ਜੀ ਸਾਨੂੰ ਇਹ ਪਛਾਣ ਹੋਈ, ਅਸੀਂ ਇਹਦੇ ਨਾਂ ਪੜਿਆ ਆ ਕੇ ਪਹਿਲਾਂ, ਤੇ ਇੱਕ ਇਹਦੇ ਸਿਰ 'ਚ ਸੱਟ ਲੱਗੀ ਸੀ ਬਚਪਨ ਦੀ, ਅਸੀਂ ਇਹਨਾਂ ਦੋਨਾਂ ਚੀਜ਼ਾਂ 'ਚੋਂ ਪਛਾਣਿਆ। उसने यूपी छोड़ दिया मुझे अपनी दीदी के पास। दीदी के पास छोड़ा, दीदी के पास मज्जन का काम करा, घर का काम करा, झाड़ू पोछा लगाते थे, सब करते थे। वहाँ पे जब आप रहते थे तो वहाँ पे कोशिश नहीं की दोबारा वापस आने की? भी इतने समय बाद घर वापस आए हो, पहले भी कोशिश करी होगी आने की? 2 दाएं भाग चुके थे, दोनों दाएं पकड़ गए थे। बस सिर्फ पापा नहीं मिले और छोटा भैया नहीं मिला है बस। तो अब बहन के साथ में अच्छा लग रहा है हमें, माँ के पास में। कलाई सुनी रहती थी पिछले 14 साल, खाली रही? एक मेरी बहन आती हुई यूपी में, बे बांधती थी। ये लात पे क्या हुआ है? वहाँ पे कुछ हुआ? थोड़ी हुई, थोड़े मारते थे, थोड़ा हो गया था इसलिए। आस पड़ोस वाले आते, उनसे हमने दिल की बात शेयर करी। उसने बोला अभी तू निकल लेगा घर से? हमने कहा हाँ निकल लेंगे घर से। तब हम चले गए थे, निकल गए। 10 बजे का टाइम था, तो सुबह का। ਟੈਟੂ ਵਿੱਚ ਬਚਪਨ ਤੇ ਬਣਾਇਆ ਸੀ? ਹਾਂਜੀ ਹਾਂਜੀ, ਕਿਹੜੀ ਉਮਰ 'ਚ ਬਣਾਇਆ ਸੀ? ਇਹ ਜਦੋਂ ਇੱਥੇ ਲੁਹਾਰੇ ਜਾਂਦਾ ਸੀ ਉਦੋਂ ਬਣਾ ਲੈਂਦਾ ਸੀਗਾ ਵੀ ਅਸੀਂ ਪਹਿਚਾਣ ਹੋ। ਹਾਂਜੀ, ਅਸੀਂ ਇਹਨੂੰ ਤਾਂ ਇਸ ਗੁੱਸੇ ਹੁੰਦੇ ਹੁੰਦੇ ਸੀ ਵੀ ਇਹ ਚੀਜ਼ਾਂ ਆਪਾਂ ਨਹੀਂ ਬਣਾਉਣੀਆਂ। ਫਿਰ ਕੰਮ ਆ ਹੀ ਹਾਂ, ਇਹ ਕਹਿੰਦਾ ਨਹੀਂ ਮੰਮੀ, ਕਈ ਵਾਰੀ ਜੇ ਮੈਂ ਗੁੰਮ ਹੋ ਗਿਆ ਤੇ ਤੁਸੀਂ ਮੈਨੂੰ ਲੱਭ ਸਕਦੇ ਆ। ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਨੂਰ ਤਵਨ। ਤੇ ਬੀਤੇ ਦਿਨੀ ਡੇਲੀ ਪੋਸਟ ਪੰਜਾਬੀ ਦੇ ਪੇਜ ਤੋਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ, ਜਿੱਥੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਇੱਕ 8 ਸਾਲ ਦਾ ਬੱਚਾ ਦਰਗਾਹ ਮੱਥਾ ਟੇਕਣ ਜਾਂਦਾ ਹੈ, ਟਰੱਕ ਡਰਾਈਵਰ ਉਹਨੂੰ ਬਿਹਾਰ ਲੈ ਜਾਂਦਾ, ਉੱਥੇ ਕਾਫੀ ਤਸ਼ੱਦਦ ਆਇਆ ਜਾਂਦਾ, ਉਹਨਾਂ ਕੋਲ ਰਹਿੰਦਾ। ਉਸ ਤੋਂ ਬਾਅਦ 14 ਸਾਲ ਬਾਅਦ ਇਹ ਬੱਚਾ ਨੌਜਵਾਨ ਹੋ ਗਿਆ, 14 ਸਾਲ ਬਾਅਦ 8 ਸਾਲ ਦੀ ਉਮਰ ਵਿੱਚ ਜਾਂਦਾ ਹੈ। 14 ਸਾਲ ਬਾਅਦ ਘਰ ਪਰਤਿਆ ਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਘਰ 'ਚ ਫਿਰ ਖੁਸ਼ੀਆਂ ਗੂੰਜ ਰਹੀਆਂ ਨੇ। ਮਾਂ ਬਹੁਤ ਖੁਸ਼ ਹੈ, ਭੈਣਾਂ ਬਹੁਤ ਖੁਸ਼ ਨੇ। ਤਿਉਹਾਰ ਵੀ ਆ ਗਿਆ ਤਾਂ ਜਿਸ ਤਰ੍ਹਾਂ ਇੱਕ ਭੈਣ ਨਾਲ ਵੀ ਮੁਲਾਕਾਤ ਕਰਾਵਾਂਗੇ ਜਿਸਨੇ ਆਪਣੇ ਭਰਾ ਨੂੰ ਦੇਖਿਆ ਵੀ ਨਹੀਂ ਸੀਗਾ ਜਦੋਂ ਭਰਾ ਚਲਾ ਜਾਂਦਾ। 14 ਸਾਲ ਬਾਅਦ ਭਰਾ ਵਾਪਸ ਆਇਆ ਘਰ ਤਾਂ 13 ਸਾਲ ਦੀ ਭੈਣ ਵੀ ਉਸਦੀ। ਤੇ ਇਹ ਜੋ ਨੌਜਵਾਨ ਮੇਰੇ ਨਾਲ ਖੜਾ ਹੈ ਉਹੀ ਨੌਜਵਾਨ ਹੈ ਜੋ 14 ਸਾਲ ਬਾਅਦ ਘਰ ਵਾਪਸ ਆਇਆ। ਤਾਂ ਤੁਹਾਡੇ ਨਾਲ ਪੁੱਛਣਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਰਿਹਾ 14 ਸਾਲ ਬਾਅਦ ਘਰ ਆਏ ਹੋ, ਕਿੱਦਾਂ ਦਾ ਮਹਿਸੂਸ ਹੋ ਰਿਹਾ? हमें बहुत अच्छा लग रहा है, अपनी बहन के पास आए, माँ के पास आए। बस सिर्फ पापा नहीं मिले और छोटा भैया नहीं मिला है हमें बस। तो अब बहन के साथ में अच्छा लग रहा है हमें, माँ के पास में। माँ के पास अच्छा लग रहा है। अच्छा, एक बार जफ्फी डालो माँ को घुट के। इतनी देर बाद मम्मी से मिले हैं। माँ दे शायद ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਹੋਣਗੇ ਜਦੋਂ ਪੁੱਤ ਨੂੰ ਮਾਂ ਨੇ ਇੰਨੇ ਸਾਲਾਂ ਬਾਅਦ ਦੇਖਿਆ। ਕਿੱਦਾਂ ਦਾ ਮਹਿਸੂਸ ਹੋਇਆ ਪੁੱਤ 'ਤੇ ਜਦੋਂ ਪੈਰ ਰੱਖਿਆ ਘਰ 'ਚ 14 ਸਾਲ ਬਾਅਦ? ਕੀ ਵਿਸ਼ਵਾਸ ਹੋਇਆ ਕਿ ਮੇਰਾ ਪੁੱਤ ਘਰ ਵਾਪਸ ਆ ਗਿਆ? ਮੈਨੂੰ ਬਹੁਤ ਵਿਸ਼ਵਾਸ ਸੀਗਾ, ਮੈਂ ਪ੍ਰਭੂ ਤੇ ਵਿਸ਼ਵਾਸ ਕਰਦੀ ਹਾਂ। ਮੈਨੂੰ ਉਹਨੇ ਇੱਕ ਦਿਨ ਕਿਹਾ ਸੀ ਪ੍ਰਭੂ ਨੇ ਵੀ ਤੇਰਾ ਬੇਟਾ ਜ਼ਰੂਰ ਆਏਗਾ, ਤੇ ਪਰ ਮੇਰਾ ਅੱਜ ਬੇਟਾ 14 ਸਾਲਾਂ ਬਾਅਦ ਘਰੇ ਮਿਲ ਗਿਆ। ਮੈਨੂੰ ਖੁਸ਼ੀ ਬਹੁਤ ਹੈ ਇਸ ਗੱਲ ਦੀ, ਬਹੁਤ ਜ਼ਿਆਦਾ। ਸਾਰਿਆਂ ਦਾ ਮੈਂ ਧੰਨਵਾਦ ਕਰਦੀ ਵੀ ਆਪਦੇ ਬੱਚਿਆਂ ਨੂੰ ਕੋਈ ਨਾ ਮਾਵਾਂ ਕੱਲੀਆਂ ਛੱਡਣ। ਜਿਵੇਂ ਬੱਚੇ ਲੋਕਾਂ ਦੇ ਗੁੰਮ ਹੋ ਜਾਂਦੇ ਉਹਨਾਂ ਦੇ ਵੀ ਪਰਿਵਾਰਾਂ 'ਚ ਬੱਚੇ ਘਰੇ ਆਣ, ਜਿਵੇਂ ਮੇਰਾ ਬੱਚਾ 14 ਸਾਲਾਂ ਬਾਅਦ ਆਇਆ। ਨਹੀਂ ਅੱਜ ਤਾਂ ਖੁਸ਼ੀ ਦਾ ਮਾਹੌਲ ਹੈ, ਅੱਜ ਆਪਾਂ ਰੋਣਾ ਥੋੜੀ ਹੈ। ਅੱਜ ਤਾਂ ਖੁਸ਼ੀ ਦਾ ਹੈ ਨਾ ਮਾਹੌਲ, ਨਾਲੇ ਤਿਉਹਾਰ ਵੀ ਆ ਗਿਆ। ਭੈਣਾਂ ਲਈ ਵੀ ਬਹੁਤ ਵੱਡੀ ਗੱਲ ਹੈ, ਨਾਲ ਮਾਂ ਲਈ। ਮਾਂ ਦੀ
ਮਤਲਬ ਚੋਲੀ ਚੋਂ ਇਦਾਂ ਪੁੱਤ ਲਾਪਤਾ ਹੋ ਜਾਏ ਉਸ ਤੋਂ ਬਾਅਦ ਫਿਰ ਮਿਲੇ, ਇਹ ਤੁਸੀਂ ਕਿੱਦਾਂ ਖੋ ਕਿੱਦਾਂ ਗਿਆ ਸੀਗਾ? ਤੁਸੀਂ ਨਾਲ ਨਹੀਂ ਸੀਗੇ ਉਦੋਂ? ਨਹੀਂ ਮੈਂ ਨਹੀਂ ਗਈ ਸੀਗੀ, ਇਹ ਇਕੱਲਾ ਹੀ ਗਿਆ ਸੀਗਾ। ਸਾਨੂੰ ਦੱਸ ਕੇ ਵੀ ਨਹੀਂ ਗਿਆ ਵੀ ਮੈਂ ਅੱਜ ਲਵਾਰੇ ਜਾਣਾ ਹੈਗਾ। ਤੇ ਅਸੀਂ ਜਦੋਂ ਸ਼ਾਮ ਪਈ ਤੇ ਅਸੀਂ ਪੁੱਛਿਆ ਉਹਨੂੰ, ਚਾਹ ਵਾਲੇ ਨੂੰ, ਅਸੀਂ ਕਿਹਾ ਵੀ ਵੀਰ ਜੀ ਲਾਡੀ ਨਹੀਂ ਆਇਆਗਾ, ਤੇ ਉਹ ਕਹਿੰਦਾ ਵੀ ਦੀਦੀ ਅੱਜ ਦੁਕਾਨ ਤੇ ਵੀ ਨਹੀਂ ਆਇਆਗਾ। ਤੇ ਅਸੀਂ ਮੁੜ ਕੇ ਦੂਸਰੇ ਦਿਨ ਗਏ, ਇਹਦੇ ਪਾਪਾ ਥੋੜੇ ਜਿਹੇ ਜਿੱਦੀ ਸੀਗੇ, ਉਹ ਕਹਿੰਦੇ ਨਾ ਵੀ ਕੋਈ ਨਹੀਂ ਆਪਾਂ ਦਰਖਾਸਤ ਦੇ ਆਉਂਦੇ ਆ। ਅਸੀਂ ਦੋਨੇ ਜੀ ਗਏ, ਮੈਨੂੰ ਅੰਦਰ ਨਹੀਂ ਲਗਾਏ ਤੇ ਮੈਂ ਦਰਖਾਸਤ ਦੇ ਆਈ। ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਦਰਖਾਸਤ ਕਿਵੇਂ ਦਿੱਤੀ ਕਿਵੇਂ ਨਹੀਂ, ਬਸ ਉਹਨਾਂ ਨੇ ਸਾਨੂੰ ਇੱਕ ਪੇਪਰ ਦੇਤਾ, ਉਹ ਅਸੀਂ ਘਰੇ ਲਿਆ ਕੇ ਰੱਖਤਾ। ਉਹ ਜਦੋਂ ਅਸੀਂ ਮਕਾਨ ਚੇਂਜ ਕੀਤਾ ਸਾਡੇ ਕੋਲ ਉਹ ਗੁੰਮ ਹੋ ਗਿਆ ਤੇ ਅਸੀਂ ਅਖਬਾਰਾਂ 'ਚ ਕੋਈ ਖਬਰ ਨਹੀਂ ਦਿੱਤੀ ਗਈ। ਤੇ ਵੈਸੇ ਲੱਭਣ ਦੀ ਤਾਂ ਬਹੁਤ ਕੁਝ। ਹਾਂਜੀ, ਅਸੀਂ 14 ਸਾਲ ਦੇ ਅੱਜ ਤੱਕ ਅਸੀਂ ਇਹਨੂੰ ਲੱਭਦੇ ਹੀ ਆਏ ਆ। ਕੋਈ ਅਸੀਂ ਸ਼ਹਿਰ ਨਹੀਂ ਛੱਡਿਆ, ਜਿੱਥੇ ਵੀ ਸਾਨੂੰ ਕੋਈ ਦੱਸਦਾ ਸੀ ਅਸੀਂ ਉੱਥੇ ਹੀ ਚਲੇ ਜਾਂਦੇ ਸੀ। ਜੇ ਸਾਨੂੰ ਕੋਈ ਸਿਆਣਾ ਕਹਿੰਦਾ ਸੀ ਤੁਹਾਡਾ ਪੁੱਤਰ ਥਾਂ ਫਲਾਣੇ ਥਾਂ, ਅਸੀਂ ਉੱਥੇ ਹੀ ਚਲੇ ਜਾਣਾ। ਇਹਦੇ ਨੇ ਪਾਪਾ ਨੇ ਪੈਸੇ ਪਾਉਣੇ ਜੇਬ 'ਚ 10,000 ਤੇ ਅਸੀਂ ਚਲੇ ਜਾਣਾ ਉੱਥੇ। ਕਈ ਵਾਰੀ ਸਾਥੋਂ ਅਗਲੇ ਨੇ 10,000 ਲੈ ਲੈਣਾ, ਅਸੀਂ ਉੱਥੋਂ ਵੀ ਬੱਸਾਂ ਤੇ ਲੋਕਾਂ ਤੋਂ ਪੁੱਛ ਕੇ ਕਿਰਾਇਆ ਲੈ ਕੇ ਅਸੀਂ ਫੇਰ ਘਰੇ ਵਾਪਸ ਆਉਂਦੇ ਰਹੇ। ਦਿਲ 'ਚ ਮਨ 'ਚ ਭੇੜੇ ਖਿਆਲ ਤਾਂ ਆਉਂਦੇ ਹੋਣੇ। ਹਾਂਜੀ ਹਾਂਜੀ, ਕਈ ਵਾਰੀ ਕਹੀਦਾ ਸੀ ਵੀ ਖਬਰਾਂ ਬੇਟਾ ਹੈਗਾ ਕਿ ਨਹੀਂ ਹੈਗਾ। ਫਿਰ ਕਈ ਵਾਰੀ ਕਹੀਦਾ ਸੀਗਾ ਖਬਰਾਂ ਜੇ ਸਾਡਾ ਹੋਇਆ, ਮੈਂ ਕਹਿਣਾ ਵੀ ਜੇ ਮੇਰੇ ਪੇਟੋਂ ਉਹਨੇ ਜਨਮ ਲਿਆ ਤੇ ਸਾਨੂੰ ਜ਼ਰੂਰ ਮਿਲੇਗਾ। ਤੇ ਅੱਜ ਮੈਨੂੰ ਜ਼ਰੂਰ ਮਿਲਿਆ। ਮੈਨੂੰ ਸਾਰਿਆਂ ਨੂੰ ਧੰਨਵਾਦ ਕਰਦੀ ਹਾਂ। ਸਾਰਿਆਂ ਲਈ ਮੈਨੂੰ ਬਹੁਤ ਵੱਡੀ ਖੁਸ਼ੀ ਹੈ ਵੀ ਜਿਹੜੇ ਅੱਜ ਤੁਸੀਂ ਮੇਰੇ ਬੇਟੇ ਦੇ ਲਈ ਸ਼ਾਮਲ ਹੋਏ ਹੋ ਸਾਰੇ ਜਾਣੇ। ਇੱਥੋਂ ਤੱਕ ਇੱਕ ਵਾਰ ਫਿਰ ਘਰ ਚਾਹੀਏ। ਨਾਲੇ ਇਹ ਬੇਟੀ ਨੇ ਤੁਹਾਡੀ ਪਹਿਲੀ ਵਾਰ ਆਪਣੇ ਭਰਾ ਨੂੰ ਮਿਲੀ ਹੈ? ਹਾਂਜੀ, ਇਹ ਛੋਟੀ ਸੀਗੀ, ਇਹ ਉਦੋਂ ਜਦੋਂ ਗਿਆ ਇਹ ਜਮਾਂ ਹੀ ਛੋਟੀ ਜੀ ਸੀ, ਇਹਨੂੰ ਕੋਈ ਪਤਾ ਨਹੀਂ ਸੀਗਾ। ਇਹਨੇ ਅੱਜ ਦੇਖਿਆ ਇਹਨੂੰ, ਤੇ ਅੱਜ ਹੁਣ ਵੇਖ ਕੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਵੀ ਸਾਡਾ ਮੇਰਾ ਬੇਟਾ ਆ ਗਿਆ। ਚੱਲ ਇੱਕ ਨਹੀਂ ਆਇਆ, ਮੇਰਾ ਦੂਸਰਾ ਬੇਟਾ ਨਾਲ ਹੀ ਆ ਗਿਆ। ਇਹਦੇ ਪਾਪਾ ਨਹੀਂ ਅੱਜ ਹੁੰਦੇ ਤੇ ਬਹੁਤ ਖੁਸ਼ੀਆਂ ਮਨਾਉਂਦੇ ਅਸੀਂ। ਸਾਨੂੰ ਉਹਦਾ ਗਮ ਵੀ ਆ ਤੇ ਸਾਨੂੰ ਉਹਦੇ ਲਈ ਖੁਸ਼ੀ ਵੀ ਆ ਵੀ ਉਹਨੇ ਜਾਣ ਕਾਰਨ ਤੇ ਇਹਨੂੰ ਉਹਨੇ ਖੁਦ ਹੀ ਲੱਭ ਕੇ ਸਾਡੇ ਕੋਲੇ ਭੇਜਿਆ ਹੈਗਾ। ਤੁਹਾਨੂੰ ਇਦਾਂ ਲੱਗਦਾ ਕਿ ਉੱਤੇ ਜਾ ਕੇ ਹਾਂਜੀ ਹਾਂਜੀ, ਇਹਦੇ ਪਾਪਾ ਇਹਦੇ ਸੁਪਨੇ 'ਚ ਆਉਂਦੇ ਰਹੇ 3 ਦਿਨ, ਤੇ ਇਹਦੇ ਪਾਪਾ ਕਹਿੰਦੇ ਰਹੇ ਵੀ ਲਾਡੀ ਪੁੱਤਰ ਤੂੰ ਘਰੇ ਚੱਲ, ਮੰਮਾ ਤੇਰੀ ਬਹੁਤ ਰੋਂਦੀ ਰਹਿੰਦੀ ਆ ਤੇ ਤੂੰ ਘਰੇ ਜਾਣਾ ਜ਼ਰੂਰੀ ਆ। ਤੇ ਫਿਰ ਇਹ ਘਰੇ ਆਇਆ ਸਾਡੇ ਕੋਲੇ, ਤੇ ਸਾਨੂੰ ਹੁਣ ਉਹਦੇ ਦਾ ਇਹ ਲੱਗਦਾ ਵੀ ਸਾਡੇ ਇਹਦੇ ਪਾਪਾ ਵੀ ਆ ਗਏ, ਲਾਡੀ ਵੀ ਆ ਗਿਆ ਸਾਡੇ ਕੋਲੇ, ਤੇ ਛੋਟਾ ਬੇਟਾ ਵੀ। ਮੇਰਾ ਪਰਿਵਾਰ ਮੈਨੂੰ ਪੂਰਾ ਲੱਗਦਾ ਅੱਜ। ਛੋਟੇ ਬੇਟੇ ਨੂੰ ਕੀ ਹੋਇਆ ਸੀ? ਉਹਦੀ ਵੀ ਡੈਥ ਹੋ ਗਈ ਸੀਗੀ, ਉਹਦਾ ਟਾਈਫਾਇਡ ਸੀਗਾ। ਹਾਂਜੀ ਦੋਨਾਂ ਦੀ ਕਮੀ ਇਹਨੇ ਆ ਕੇ ਪੂਰੀ। ਹਾਂਜੀ, ਇਹਨੇ ਕਮੀ ਪੂਰੀ ਕਰਤੀ, ਕਰੂਗਾ ਵੀ ਅੱਗੇ ਗਾਂ ਅੱਗੇ ਅਗਲੇ ਇਹਦੀ ਮਰਜ਼ੀ ਹੈ। ਜੇ ਕਿਤੇ ਇਹਨਾਂ ਦਾ ਪਿਓ ਜਿੰਦੇ ਹੁੰਦੇ ਤਾਂ ਫਿਰ ਮਾਹੌਲ ਅਲੱਗ ਹੋਣਾ ਸੀ। ਹਾਂਜੀ, ਬਹੁਤ ਜ਼ਿਆਦਾ। ਉਹਨੇ ਤਾਂ ਖੁਸ਼ੀਆਂ 'ਚ ਪਾਗਲ ਹੋ ਜਾਣਾ ਸੀਗਾ। ਤੇ ਅੱਜ ਅਸੀਂ ਘਰਾਂ 'ਚ ਮਠਿਆਈ ਵੰਡਦੇ ਹੁੰਦੇ, ਤੇ ਅੱਜ ਵੀ ਅਸੀਂ ਵੰਡਾਂਗੇ, ਪਰ ਸਾਨੂੰ ਥੋੜੀ ਜਿਹੀ ਉਹਦੀ ਕਮੀ ਮਹਿਸੂਸ ਹੋ ਜਾਂਦੀ ਹੈ। ਹਾਂਜੀ, ਜੇ ਪਾਪਾ ਹੁੰਦੇ ਦਿਲ ਕਰਦਾ ਸੀ ਕਿ ਪਾਪਾ ਹੋਣ ਤਾਂ ਪਾਪਾ ਨੂੰ ਕੁੱਟ ਕੇ ਜੱਫੀ ਪਾਵਾਂ, ਪਾਪਾ ਨੂੰ ਮਿਲਾਂ। पापा मेरे बहुत खुश होते, पापा मेरे खुश होते, सब लोग खुश होते मेरे घर पे। तो पापा मेरे खुशी के मारे कुछ नहीं, फिर मिठाई के लड्डू ले आते, कुछ ना कुछ तो ले आते ही, पूरे मोहल्ला में बांटते, तो उन्हें बहुत खुशी होती। दिल में ज़रूर आया होगा, उम्मीद थी कि जाके मम्मी पापा दोनों को मिलूंगा, भाई बहन को भी मिलूंगा, सबको मिलूंगा, बट पापा नहीं मिले, तो कैसा महसूस हुआ? बस थोड़ा महसूस हुआ था। हमने तो पहले सोचा था पापा को मिलेंगे जाके, पापा मेरे, पहले पापा को मिलना था। हाँ पापा मिले नहीं, पर मुझे पापा की खुशी आती, पापा मिल नहीं पाए थे मुझे। बस ਭੈਣ ਵੀ ਇੱਥੇ ਖੜੀ ਹੈ, ਅੱਖਾਂ 'ਚ ਹੰਝੂ ਨੇ, ਖੁਸ਼ੀ ਦੇ ਹੰਝੂ ਨੇ ਕਿ ਭਰਾ ਵਾਪਸ ਆ ਗਿਆ ਘਰ। ਕਿ ਇਸ ਗੱਲ ਦਾ ਵੀ ਦੁੱਖ ਹੈ ਕਿ ਕਿਤੇ ਪਾਪਾ ਜਿਉਂਦੇ ਹੁੰਦੇ ਤਾਂ ਮਾਹੌਲ ਹੀ ਅਲੱਗ ਹੋਣਾ ਸੀ, ਕਿ ਪਾਪਾ ਨੇ ਬਹੁਤ ਖੁਸ਼ ਹੋਣਾ ਸੀਗਾ ਨੂੰ ਦੇਖ ਕੇ। ਇਹਦੀ ਵੀ ਖੁਸ਼ੀ ਹੈ ਜੀ, ਕੁਛ ਮੇਰੇ ਪਾਪਾ ਦੀ ਵੀ ਥੋੜੀ ਗਮੀ ਆ ਕਿ ਉਹ ਅੱਜ ਹੈ ਨਹੀਂ ਗੇ, ਇਸ ਕਰਕੇ। ਬਟ ਫਿਰ ਵੀ ਮੈਨੂੰ ਲੱਗਦਾ ਹੈ ਬਹੁਤ ਵਧੀਆ ਤੁਹਾਡੇ ਲਈ ਤਿਉਹਾਰ ਇਸ ਵਕਤ, ਇਸ ਸਾਲ ਦਾ ਤਿਉਹਾਰ ਸਭ ਤੋਂ ਵਧੀਆ ਹੋਏਗਾ ਰੱਖੜੀ ਦਾ। ਹਾਂਜੀ ਉਡੀਕ ਸੀਗੀ ਭਰਾ ਦੀ? ਹਾਂਜੀ, ਕਿਵੇਂ ਦਾ ਮਹਿਸੂਸ ਹੋਇਆ, ਪਤਾ ਲੱਗਿਆ? ਪਹਿਲੇ ਤਾਂ ਵਿਸ਼ਵਾਸ ਨਹੀਂ ਹੋਇਆ ਹੋਣਾ ਕਿ ਭਰਾ ਵਾਪਸ ਆ ਗਿਆ, ਕਿਉਂਕਿ ਉਮੀਦ ਵੀ ਨਹੀਂ ਰਹਿੰਦੀ ਜਦੋਂ ਇੰਨਾ ਸਮਾਂ ਬੀਤ ਜਾਏ ਤਾਂ ਉਮੀਦ ਵੀ ਨਹੀਂ ਰਹਿੰਦੀ। ਹਾਂਜੀ ਇਹ ਤਾਂ ਹੈਗਾ ਵਾ। ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਪਤਾ ਲੱਗਿਆ? ਮੰਮੀ ਦਾ ਫੋਨ ਆਇਆ? ਹਾਂਜੀ, ਕੀ ਕਹਿੰਦੇ ਮੰਮੀ? ਮੰਮੀ ਕਹਿੰਦੇ ਤੇਰਾ ਭਰਾ ਆ ਗਿਆ। ਪਹਿਲਾਂ ਤਾਂ ਯਕੀਨ ਨਹੀਂ ਆਉਂਦਾ ਸੀਗਾ, ਮਜ਼ਾਕ ਕਰਦੇ ਆ ਕਿਤੇ। ਬਾਅਦ ਚ ਜਦੋਂ ਆਏ ਉਦੋਂ ਪਤਾ ਲੱਗਿਆ ਸੱਚ ਵੀ ਸੱਚੀ ਭਰਾ ਵਾਪਸ ਆ ਗਿਆ। ਫਿਰ ਮਿਲੇ ਕੁੱਟ ਕੇ? ਹਾਂਜੀ ਕਲੇਜੇ ਨੂੰ ਠੰਡਕ ਮਿਲੀ? ਹਾਂਜੀ, ਉਡੀਕ ਸੀਗੀ ਨਾ ਬਹੁਤ ਚਿਰ ਦੀ। ਲੱਭਦਾ ਤਾਂ ਸਾਡਾ ਪਿਓ ਮੁੱਕ ਗਿਆ ਜੀ ਇਹਨਾਂ ਨੂੰ, ਤਾਂ ਕਰਕੇ। ਜੇ ਤੁਹਾਡੇ ਫਾਦਰ ਸਾਹਿਬ ਹੁੰਦੇ ਤਾਂ ਮਾਹੌਲ ਹੀ ਖੁਸ਼ੀਆਂ ਦੁੱਗਣੀਆਂ ਹੋਣੀਆਂ ਸੀ। ਹਾਂਜੀ ਇਹ ਤਾਂ ਹੈਗਾ ਵਾ।
ਜਿਸ ਤਰ੍ਹਾਂ ਤੁਹਾਡੀ ਮੰਮੀ ਨੇ ਕਿਹਾ ਕਿ ਤੁਹਾਡੇ ਫਾਦਰ ਦੀ ਤੁਹਾਡੇ ਛੋਟੇ ਭਰਾ ਦੀ ਕਮੀ ਪੂਰੀ ਕਰ ਦੇਣਗੇ ਘਰ ਵਾਪਸ ਆ ਗਏ। ਹਾਂਜੀ, ਦੋਨਾਂ ਦੀ ਕਮੀ ਮਹਿਸੂਸ ਹੋਈ ਸੀਗੀ ਤਾਂ ਪੂਰੀ ਕਰਤੀ ਜੀ ਇਹਨੇ ਆ ਕੇ। ਤੁਹਾਡੇ ਭਰਾ ਨੇ ਦੱਸਿਆ ਕਿ ਕਾਫੀ ਤਸ਼ੱਦਦ ਵੀ ਢਾਇਆ ਗਿਆ ਤੇ ਜਿਸ ਤਰ੍ਹਾਂ ਉਹ ਖੜੇ ਹੈ ਕਿ ਸ਼ਾਇਦ ਉਹਨਾਂ ਦੀ ਲੱਤਾਂ ਤੇ ਵੀ ਕਾਫੀ ਮਾਰਿਆ ਗਿਆ, ਤਾਂ ਉਹ ਜਦੋਂ ਉਹਨਾਂ ਨੇ ਕਹਾਣੀ ਸੁਣਾਈ ਤਾਂ ਉਦੋਂ ਤਾਂ ਦਿਲ ਚੀਰ ਗਿਆ ਹੋਣਾ। ਵੈਸੇ ਤਾਂ ਜੀ ਰੋਣ ਵਾਧੂ ਆਉਂਦਾ ਸੀ ਗੱਲਾਂ ਸੁਣ ਕੇ ਕਿ ਜਦੋਂ ਬਚਪਨ 'ਚ ਗਿਆ ਸੀ, ਖੇਡਣ ਦਾ ਸਮਾਂ ਸੀਗਾ ਕਿ ਉਦੋਂ ਸਾਡੇ ਤੋਂ ਵਿਛੜ ਗਿਆ ਸੀਗਾ, ਤਾਂ ਕਰਕੇ ਅੱਜ ਆਪਦੇ ਆਪ ਨੂੰ ਬਹੁਤ ਮਹਿਸੂਸ ਕਰਦੇ ਆ ਕਿ ਅੱਜ ਸਾਡੇ ਨਾਲ ਹੈ ਜੀ ਲੱਖੜੀ ਤੇ। ਭੱਜੇ ਭੱਜੇ ਆਏ, ਫੋਨ ਆਇਆ ਤਾਂ ਭੱਜੇ ਭੱਜੇ ਆਏ। ਹਾਂਜੀ, ਇਹ ਕੋਈ ਸ਼ੱਕ ਨਹੀਂ ਜੀ, ਭੱਜੀ ਭੱਜੀ ਆਈ ਸੀ ਮੈਂ ਹੀ ਪਹਿਲੇ ਨੰਬਰ ਤੇ ਜੀ। ਫਿਰ ਹੱਸ ਕੇ ਦਿਖਾ ਦਿਓ, ਹੁਣ ਤਾਂ ਖੁਸ਼ੀ ਦਾ ਮਾਹੌਲ ਹੈ। ਹੁਣ ਤਾਂ ਵੀਰੇ ਨੇ ਕੱਲ ਉਹ ਵੀ ਦੇਣਾ ਹੈ, ਗਿਫਟ ਵੀ ਦੇਣਾ ਹੈ, ਰੱਖੜੀ ਦਾ ਸ਼ਗਨ ਮਿਲਣਾ ਹੈ। ਵੀਰਾ ਆ ਗਿਆ ਸਾਡਾ, ਇੰਨੇ ਲੱਖੜੀ ਦਾ ਗਿਫਟ ਹੈ ਜੀ ਬਹੁਤ ਵੱਡਾ ਸਾਡੇ ਲਈ, ਕਿਉਂਕਿ ਸਾਡਾ ਪਾਪਾ ਹੁੰਦਾ ਸੀ ਨਾ, ਸਾਨੂੰ ਸਾਰੀਆਂ ਖੁਸ਼ੀਆਂ ਮਹਿਸੂਸ ਹੁੰਦੀਆਂ ਸੀ। ਅੱਜ ਉਹ ਹੈ ਨਹੀਂ ਤਾਂ ਅੱਜ ਕੋਈ ਵੀ ਖੁਸ਼ੀ ਨਹੀਂ, ਬਸ ਇਹਨੂੰ ਮਿਲ ਲਿਆ, ਬਹੁਤ ਵੱਡੀ ਖੁਸ਼ੀ ਹੈ ਜੀ ਸਾਡੇ ਲਈ ਅੱਜ। ਜੀ, ਬਹੁਤ ਵੱਡੀ ਖੁਸ਼ੀ ਭੈਣਾਂ ਲਈ ਵੀ। ਤਾਂ ਇੱਕ ਭੈਣ ਤਾਂ ਹੁਣੇ ਮਿਲ ਰਹੀ ਹੈ, ਭਰਾ ਨੂੰ ਪਹਿਲੀ ਵਾਰ ਦੇਖ ਰਹੀ ਹੈ। ਛੋਟੇ ਸੀਗੇ ਜਾਂ ਉਦੋਂ ਜੰਮੇ ਹੀ ਨਹੀਂ ਸੀਗੇ ਜਦੋਂ ਵੀਰਾ ਚਲਾ ਗਿਆ ਸੀ? ਛੋਟੇ ਸੀ ਉਦੋਂ। ਛੋਟੇ ਸੀਗੇ। ਹੁਣ ਕਿਵੇਂ ਦਾ ਲੱਗ ਰਿਹਾ ਵੀਰੇ ਨੂੰ ਮਿਲ ਕੇ? ਬਹੁਤ ਵਧੀਆ। ਅੱਛਾ, ਫਿਰ ਇੱਕ ਵਾਰ ਮਿਲੋ, ਚੁੱਟ ਕੁੱਟ ਕੇ ਜੱਫੀ ਪਾਓ ਵੀਰੇ ਨੂੰ। ਤਾਂ ਪਿਆਰ, ਰੱਖੜੀ ਦਾ ਤਿਉਹਾਰ ਵੀ ਹੈ ਤੇ ਪਿਆਰ ਨੂੰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਚਿਰ ਬਾਅਦ ਛੋਟੀ ਜੀ ਸੀਗੀ, ਆਪਣੇ ਭਰਾ ਤੋਂ ਦੂਰ ਹੋ ਗਈ, ਤਾਂ ਹੁਣ ਭਰਾ ਘਰ ਆਇਆ ਤਾਂ ਖੁਸ਼ੀਆਂ ਦੇਖੋ। ਬਟ ਖੁਸ਼ੀ ਦੇ ਹੰਝੂ ਨੇ ਕਿ ਪਿਆਰ, ਜਿਸ ਤਰ੍ਹਾਂ ਜੋ ਉਡੀਕ ਸੀ ਭੈਣ ਨੂੰ ਕਿ ਭਰਾ ਦੇ ਹੱਥੇ ਰੱਖੜੀ ਬੰਨੀ ਹੈ, ਤਾਂ ਕਿੰਨੇ ਸਾਲਾਂ ਦੀ ਉਡੀਕ ਰਹੀ ਸੀ। 13 ਸਾਲ ਦੀ ਹੈ ਇਹ ਭੈਣ ਤੇ ਕਿੰਨੇ ਸਾਲਾਂ ਤੋਂ ਉਡੀਕ ਰਹੀ ਸੀ ਕਿ ਮੇਰਾ ਭਰਾ ਕਿ ਆਏਗਾ ਤਾਂ ਰੱਖੜੀ ਬੰਨਾਂਗੀ, ਕਿਉਂਕਿ ਭੈਣਾਂ ਨੂੰ ਅਲੱਗ ਹੀ ਚਾਅ ਹੁੰਦਾ ਰੱਖੜੀ ਦੇ ਤਿਉਹਾਰ ਦਾ। ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਿਆਰ ਦੀ ਮਿਸਾਲ ਹੈ, ਤਾਂ ਉਹ ਹੁਣ ਉਹ ਪੂਰਾ ਹੋਏਗਾ। ਉਡੀਕ ਸੀਗੀ ਕਿ ਵੀਰਾ ਆਏਗਾ ਕਦੀ। ਯੈਸ। ਜਦੋਂ ਵੀਰਾ ਘਰ ਆਇਆ ਤਾਂ ਉਸ ਤੋਂ ਬਾਅਦ ਅੱਖਾਂ ਨੂੰ ਯਕੀਨ ਹੋਇਆ ਕਿ ਮੇਰਾ ਭਰਾ ਆ ਗਿਆ। ਹਾਂਜੀ। ਮਿਲੇ ਫਿਰ ਯੈਸ। ਫਿਰ ਉਹਨਾਂ ਨੇ ਦੱਸਿਆ ਕੀ ਦੱਸਿਆ ਤੁਹਾਨੂੰ? ਉਹ ਕਹਿੰਦੇ ਸੀ ਮੈਨੂੰ ਮਾਰਦੇ ਸੀ, ਕੱਟਦੇ, ਤੁਹਾਡੀ ਯਾਦ ਵੀ ਬਹੁਤ ਹੁੰਦੀ ਤੇ ਉਹ ਕਹਿੰਦੇ ਪਾਪਾ ਦੀ ਯਾਦ ਵਾਲੀ ਹੁੰਦੀ ਸੀ। ਪਾਪਾ ਦੀ ਯਾਦ ਬਹੁਤ ਆਉਂਦੀ ਹੈ। ਫਿਰ ਉਦੋਂ ਸਕੂਲ ਗਏ ਹੋਏ ਸੀਗੇ ਜਾਂ ਘਰ ਹੀ ਸੀਗੇ ਜਦੋਂ ਵੀਰਾ ਆਇਆ? ਕਰੀ ਸੀ। ਘਰੇ ਹੀ ਸੀਗੇ। ਤੇ ਦੇਖੋ ਕਿ ਬਹੁਤ ਖੈਰ ਮਾਹੌਲ ਇਦਾਂ ਦਾ ਹੈ। ਬਟ ਇਹਨਾਂ ਤੋਂ ਜਾਣਾਂਗੇ ਕਿ ਜਦੋਂ ਤੁਸੀਂ ਉੱਥੇ ਰਹਿੰਦੇ ਸੀ ਕਿਸ ਤਰ੍ਹਾਂ ਪੂਰੀ ਘਟਨਾ ਕਿੱਦਾਂ ਵਾਪਰਦੀ ਹੈ, ਫਿਰ ਤੁਹਾਡਾ ਵਾਪਸੀ ਕਿੱਦਾਂ ਹੁੰਦਾ ਕਿ ਘਰ ਵਾਪਸ ਆਉਂਦੇ ਹੋ, ਕਿਸ ਤਰ੍ਹਾਂ ਸਬਬ ਬਣਦਾ ਹੈ? ਕਿਉਂਕਿ ਕਿੰਨੇ ਸਾਲ ਤੁਸੀਂ ਘਰੋਂ ਬਾਹਰ ਸੀਗੇ, ਤਾਂ ਜਿਸ ਤਰ੍ਹਾਂ ਤੁਹਾਡੀ ਭਾਸ਼ਾ ਵੀ, ਲੈਂਗੁਏਜ ਵੀ, 14 ਸਾਲ ਜਿੱਥੇ ਰਹੋ ਤਾਂ 9 ਸਾਲ ਦਾ ਬੱਚਾ ਜਦੋਂ ਘਰੋਂ ਲਾਪਤਾ ਹੁੰਦਾ ਹੈ ਤਾਂ ਉੱਥੇ ਜਾਂਦਾ ਹੈ ਤਾਂ ਲਾਜ਼ਮੀ ਹੈ ਕਿ ਸਾਰਾ ਬਿਹੇਵੀਅਰ ਵੀ ਬਦਲੇਗਾ, ਤੁਹਾਡਾ ਰਹਿਣ ਸਹਿਣ ਦਾ ਤਰੀਕਾ ਵੀ ਬਦਲੇਗਾ। ਕਿ ਪੂਰੀ ਘਟਨਾ ਦੱਸੋ कि किस तरह वापरती है। हम छोटे थे, जब छोटे थे लवारे गए थे, लवारे छोटे थे, ट्रक वाला बैठा ले गया तो मुझे उसने बोली भी तो हम घर के पास उतार देंगे। उसने घर नहीं उतारा, मुझे सीधो राजस्थान ले गया। राजस्थान में होटल पे छोड़ दिया था उसने मुझे। होटल पे पता नहीं बेच दिया, क्या करा है उसने। तो होटल पे हमने 4 साल काम किया है। 4 साल काम करो हुए हम वे थोड़ा मारते थे, काम थोड़ा करवाते थे, ज़्यादा सैला काम आता। और उनसे फिर हम चले गए थे, उनके लड़का को मार के सीधे पूरी रात तो हमने एक पेड़ पे काटी थी। पेड़ पे काट के फिर सवेरे जैसे हुआ, पहले तो हम घर का रास्ता देख रहे थे, थोड़ा घर का रास्ता भटक गए थे उनसे। घर का रास्ता भटके फिर हमने जहाँ पे ट्रक लोड होते थे उन गए हम। उनसे पूछी भी हमने, भैया कोई पंजाब की गाड़ी है, मोगा की कोई? उसने बोला भी नहीं है कोई पंजाब की। एक ट्रक वाला था जो यूपी का था, उसने बोला भी यूपी तो नहीं, अब पंजाब की कोई नहीं भरे, तो जब पंजाब की भरेगी तो हम तब छोड़ आएंगे घर पे। हम बेमोए बैठा के लाइए। उसने यूपी छोड़ दिया मुझे अपनी दीदी के पास। दीदी के पास छोड़ा, दीदी के पास मज्जन को काम करा, घर का काम कराया, झाड़ू पोछा लगाते थे, सब करते थे हम, खेत का काम करते थे। पर उसने भी 2-3 दाएँ मारा था। तब एक उनके लड़का की किडनी ख़राब होती, तब किडनी की बात आई तो हम सुन के हैरान रहिए। हमने सोची अब नहीं काम करेंगे। तब हम बाज आए थे, दूध के पैसा आए थे मेरे पास 2000 रुपये। 2000 रुपये लेके हम चले आए थे। और एक कोई बगल में मेरे पास में कोई रिश्तेदार है, उनके आस पड़ोस वाले हैं थे, उनसे हमने दिल की बात शेयर करी। उसने बोला अभी तू निकल लेगा घर से? हमने कहा यहाँ निकल लेंगे घर से। तब हम चले गए थे, निकल गए। 10 बजे का टाइम लगा था सुबह का।
मंडी पे इतने टाइम मुझे जाना था ट्रक के पास, तो उसने मुझे 12 बजे दिल्ली उतार दिया था। 12 बजे हमने सीधी ट्रेन पकड़ी मोगे की। मोगे से सीधे हम आए थे जहाँ पे छोटे पे काम कर रहे थे, उनके पास गए। उसके हमने बोला भी चाय वाले से, आप पहचानते हो मुझे? उसने कही नहीं। हमने कहा पहचान लिया, हम छोटे थे लाडी। उसने जब मुझे पहचाना तो उनके चेहरे पे भी खुशी आ गई। उसने चाय पिलाई, चाय पे आके फिर पूरी मार्केट में घुमाया जहाँ जहाँ हम जाते थे। मार्केट में घुमा के फिर उसने बोला भी तुम्हारे घर का मालूम है? हमने कहा घर को मुझे मालूम है। उन्होंने कहा घर अब चेंज हो जियो तेरे नहीं अब। तो हमने कहा अब कौन सी जगह है? भाई की गली की जस्ट बैक साइड आती गली। उन्होंने यही बताया, अब कद्दू कुवाड़िया है उनकी गली में है। तो हमने ठीक है। तो उसने एक रिक्शा वाला हुआ तो जो मुझे छोटे से जानता तो उसने मुझे भेजा, उसके साथ में भेजा उसके। तो वो मुझे घर पे ले गया। पहले हम बागली घर पे गए, उन तो नहीं मिले कोई। फिर हम जय गली में आए, उनसे फ़ोन लगाया कौन सी गली है। फिर हमने इन पास पे मुझे कोई आदमी बैठे थे, गड्डी खेल रहे थे ताश। उन्होंने बोला भी तेरे पापा तो ख़त्म हो गया। हम उनकी बात का मान नहीं रहे, हाँ विश्वास नहीं किया। तो हम उनसे आ गए सीधे। उन्होंने बोला भी गली में जाना तो तुम्हारी टर्री खड़ी होएगी सफ़ेद वाली। हम ठीक उनसे आए। उसने पहले रिक्शे वाले ने गेट खड़काया, तो हिंद मम्मी कपड़ा धो रही थी। तो उसने गेट खड़का के भी उसने बोला भी कोई लड़का आया आपसे मिलने। मम्मी से बोला मेरी से भी कोई लड़का आया है। तो हमने गेट खोल के थोड़ा, हमने की मम्मी। तो मम्मी ने पहले मुझसे पूछा कौन? हमने की पहचान लो, हमने तो अड्डाई पुत्र हैं और लाडी हैं, यही किया हमने। तो मम्मी के चेहरे पे खुशी आई और मम्मी ने मुझे गले में लगाया एकदम। तो तब हमें भी रोना आया। फिर हमने पूछी पापा, तो मम्मी ने बताई भी पापा नहीं है, बस इसलिए बात। तो अभी जैसे अभी आप आए तो वहाँ पे जब आप रहते थे तो वहाँ पे कोशिश नहीं की दोबारा वापस आने की? अभी इतने समय बाद घर वापस आए हो, पहले भी कोशिश करी होगी आने की? 2 दाएँ बाज चुके थे, दोनों दाएँ पकड़ गए थे हम। अच्छा, हाँ। दोनों बारी उन्होंने पकड़ लिया था। हाँ, दिल्ली से पकड़ लिया था। दिल्ली से उनके कोई रिश्तेदार हैं, दिल्ली से उन्होंने पकड़ लिया था मुझे। तो मतलब अब सेफली अब घर पहुँच गए यहाँ पे। हाँ, ये लात पे क्या हुआ है? वहाँ पे कुछ हुआ था? थोड़ी हुई, थोड़े मारते थे, थोड़ा हो गया था इसलिए। मारते थे? हाँ, इसलिए हो गया था। और काम क्या करवाते थे? मज्जन काम करवाते थे, मज्जा धोते थे, सानी लगाते थे, उनको नहवाते थे और घर पे झाड़ू पोछा करते थे। माँ बाप के प्यार की कमी महसूस हुई? ना अब नहीं, अब मुझे बहुत अच्छा लग रहा है जब आ गए हम घर। बचपन में जब हम बात करते हैं कि 8-9 साल की उम्र होती है ना, वो अभी खेलने कूदने की उम्र होती है, मम्मी पापा के साथ, बड़ी बहनों के साथ लाड प्यार की उम्र होती है, खेलने जाते हैं बच्चे, पढ़ने की उम्र होती है। बट जिस उम्र में आप लापता हो गए, एक दूसरे शहर में जाके चले गए, अनजान लोग, वहाँ पे कोई जानता भी नहीं था, तो बहुत मुश्किल रहा होगा एक 8 साल के बच्चे के लिए, सहमा रहा होगा तो बच्चा। रहा होगा, मुश्किल आता थोड़ा, पर फिर भी हम अपना दिल में सादे हैं थे भी जाएंगे तब कुछ। याद आती होगी घर की? हाँ, घर की याद आती कि हम कुछ जाएंगे, कुछ कमा के जाएंगे, पर कौन ने पैसा नहीं दिया। 4 साल होटल पे भी लगाया, उसने भी नहीं पैसा दिया। उनके घर पे रहा है, उसने भी पैसा नहीं दिया। फ़ोन नंबर नहीं याद था घर वालों का कोई? घर वालों को नंबर था, जब होटल पे आते वो डूब गया था, फट गया था पूरा। तो फिर कुछ याद नहीं था कि किस तरह संपर्क किया जाए, किस तरह बात हो? ना फिर याद नहीं मिला मुझे, कुछ याद ही नहीं था, मुँह जबानी याद नहीं था नंबर। तो यहाँ पे जब आप आते हो तो पहली मुलाकात यहाँ पिंड में कहाँ किससे होती है? पिंड में किसी से नहीं, बे मोहल्ला वाले बाद में आती है, जब मोहल्ला वालों को पता चलता है भी लाडी आ गया है। चाय वाले के पास गए पहले जहाँ पे चाय बना? हाँ, चाय वाले के पास गए। उसने पहचान लिया? हाँ, उसने तो पहचान। हैरानी नहीं हुई कि इतने सालों बाद आया है? उसे हैरानी हुई थी, उसने तो बताया भी मुझे अब घर तुम्हारा चेंज हो गया। अब तो उसे भी नहीं मालूम था भी पापा तुम्हारे, उसने बोला भी पापा तुम्हारे यहीं है, टेर्री चला रहे। तो उसने हमने उनकी बात समझ ली, हमने कि हाँ पापा होएंगे, चलो कोई बात नहीं, पापा के मिलेंगे, पापा तो खुशी होएगी। उनसे हमने यही कहा था। मैं कभी सोचा भी नहीं होगा कि अब घर जाऊंगा तो पापा नहीं मिलेंगे। छोटा ब्रदर नहीं मिलेगा बस। अब घर पे आ गए, बहुत अच्छा लग रहा है, बहनन के साथ हो गए, माँ के साथ हो, ये बस। कलाई सुनी रहती थी पिछले 14 साल, खाली रही? एक मेरी बहन आती हुई यूपी में, बे बांधती थी। अच्छा, वो बांधती थी। सगी बहनों ने अब बांध दी?
हाँ अब सब 14 ਸਾਲ ਬਾਅਦ ਦੇਖੋ 14 ਸਾਲ ਬਾਅਦ ਸਕੀਆਂ ਭੈਣਾਂ ਨੇ ਕਲਾਈ ਜੋ ਖਾਲੀ ਰਹਿੰਦੀ ਸੀਗੀ, ਜਿਸ ਤਰ੍ਹਾਂ ਦੱਸਿਆ ਸਿਰਫ ਇੱਕ ਭੈਣ ਬੰਦੀ ਸੀ, ਸਕੀਆਂ ਭੈਣਾਂ ਨੇ ਨਹੀਂ ਬੰਨੀ 14 ਸਾਲ ਤੋਂ ਰੱਖੜੀ। ਤਾਂ ਅੱਜ ਦੇਖੋ ਕਲਾਈ ਦਿਖਾ ਦਿਓ ਇੱਕ ਵਾਰ ਕਿ ਖੁਸ਼ੀ ਕਿੰਨੀ ਹੈ ਜਦੋਂ ਇਹਨਾਂ ਤੋਂ ਬਣਵਾਈ। बहुत खुशी हुई हमें, कुछ कहने की नहीं, खुशी तो हम सोच ही नहीं सके, तो हमने आज घर वालों के पास आ गया। ਮਾਤਾ ਜੀ ਮੁੰਡਾ ਹੁਣ ਜਵਾਨ ਹੋ ਕੇ ਮੁੜਿਆ ਹੈ ਨਾ, 23 ਸਾਲ ਦਾ ਹੋ ਗਿਆ, 2-3 ਸਾਲਾਂ ਨੂੰ ਵਿਆਹ ਰਚਨਾ ਹੁਣ ਇਹਦਾ। ਹਾਂਜੀ ਕਰਾਂਗੇ ਵਿਆਹ ਤੇ ਜ਼ਰੂਰ ਤੁਹਾਨੂੰ ਵੀ ਬੁਲਾਵਾਂਗੇ। ਜ਼ਰੂਰ ਅਸੀਂ ਤਾਂ ਪੱਕਾ ਹਾਂਜੀ ਆਵਾਂਗੇ। ਹਾਂਜੀ ਹਾਂਜੀ ਸਾਰਿਆਂ ਨੂੰ ਬੁਲਾਵਾਂਗੇ। ਬਹੁਤ ਖੁਸ਼ੀ ਆ, ਤੁਸੀਂ ਮੇਰੇ ਬੇਟੇ ਦੀ ਇਤਨੀ ਖੁਸ਼ੀ ਕੀਤੀ ਐ, ਐਡੀ ਦੂਰੋਂ ਤੁਸੀਂ ਆਏ ਆ ਤੇ ਸਾਰਿਆਂ ਨੂੰ ਆਪਾਂ ਬੁਲਾਵਾਂਗੇ। ਸਾਰਿਆਂ ਨੇ ਖੁਸ਼ ਰਹਿਣਾ ਹੈ, ਹੱਸਦੇ ਰਹਿਣਾ ਹੈ ਤੇ ਜਿੰਨੇ ਵੀ ਪਿਆਰ ਦੀ ਖੁਸ਼ੀ ਆ, ਸਾਡਾ ਐਮਸੀ ਵੀ ਹੈ। ਹਾਂਜੀ, ਹਾਂਜੀ। ਹਾਂਜੀ ਉਹਨੂੰ ਜ਼ਿਆਦਾ ਸਾਰਿਆਂ ਨਾਲੋਂ ਖੁਸ਼ੀ ਹੈ। ਜੀ ਅੱਜ ਆਜੋ ਮੈਮ, ਕੁਲਵਿੰਦਰ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਤੇ ਤੁਹਾਨੂੰ ਜਦੋਂ ਪਤਾ ਲੱਗਿਆ ਹੈ ਨਾ, ਤੁਸੀਂ ਵੀ ਨਾਲ ਵਿਚਰਦੇ ਰਹਿੰਦੇ ਹੋ, ਲੋਕਾਂ ਦੇ ਅਕਸਰ ਨਾਲ ਖੜੇ ਰਹਿੰਦੇ ਹੋ ਮਹੱਲੇ ਵਾਲਿਆਂ ਦੇ, ਤਾਂ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਬੱਚਾ ਜੋ 14 ਸਾਲ ਦਾ ਲਾਪਤਾ ਸੀ ਘਰ ਵਾਪਸ ਮੁੜਿਆ ਤੇ ਇੱਕ ਔਰਤ ਹੋਣ ਦੇ, ਇੱਕ ਮਾਂ ਹੋਣ ਦੇ ਨਾਤੇ ਕੀ ਮਹਿਸੂਸ ਹੋਇਆ? ਮੈਮ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਇੱਕ 14 ਸਾਲ ਬਾਅਦ ਬੱਚਾ ਆਪਦੀ ਮਾਂ ਨੂੰ ਮਿਲ ਗਿਆ। ਤੇ ਇਹ ਮੇਰੀ ਭੂਆ ਸੱਸ ਦੀ ਨੂੰਹ ਆ ਜੀ। ਜਦੋਂ ਵੀ ਜ਼ਿਕਰ ਹੋਣਾ ਬਹੁਤ ਵਾਰ ਇਹਨਾਂ ਨੇ ਪਹਿਲਾਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਲੱਭਿਆ, ਰਾਜਸਥਾਨ ਤੱਕ ਵੀ ਗਏ ਵੀ ਨਹੀਂ, ਉਦੋਂ ਪਤਾ ਸੀ ਵੀ ਸਾਡਾ ਬੱਚਾ ਕਿੱਥੇ ਆ। ਪਰ ਜਦੋਂ 14 ਸਾਲਾਂ ਬਾਅਦ ਬੱਚਾ ਵਾਪਸ ਆਇਆ ਤੇ ਅਸੀਂ ਉਦੋਂ ਹੀ ਸਾਰੇ ਆਏ, ਸਾਨੂੰ ਪਤਾ ਲੱਗਾ, ਬਹੁਤ ਖੁਸ਼ੀ ਮਹਿਸੂਸ ਹੋਈ। ਪਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਬੱਚੇ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਦੇਖੋ ਜੀ ਜੇ ਬੱਚਾ ਗਲਤੀ ਨਾਲ ਚਲਾ ਵੀ ਗਿਆ ਪਰ ਉਹਨਾਂ ਦਾ ਵੀ ਫਰਜ਼ ਬਣਦਾ ਸੀ ਬੱਚੇ ਨੂੰ ਘਰੇ ਪਹੁੰਚਾਉਣਾ। ਜਿਵੇਂ ਮਰਜ਼ੀ ਕਰਕੇ ਬੱਚੇ ਨੂੰ ਵਾਪਸ ਬੁਲਾਉਂਦੇ, ਪਰ ਬਹੁਤ ਵਾਰ ਬੱਚੇ ਨੇ ਕਿਹਾ ਵੀ ਮੈਨੂੰ ਮੇਰੇ ਮਾਪੇ ਨਾਲ ਮਿਲਾ ਦਿਓ, ਤੇ ਉਹ ਇੱਕੋ ਹੀ ਗੱਲ ਕਹਿੰਦੇ ਸੀਗੇ ਵੀ ਪਤਾ ਨਹੀਂ ਤੇਰੇ ਮਾਪੇ ਹੈ ਵੀ ਕਿ ਨਹੀਂ। ਪਰ ਜਦੋਂ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਮੈਂ ਖੁਦ ਸਹੀ ਸਮਝਿਆ ਅਸੂਲਣ ਵੀ ਜੋ ਸਾਡਾ ਫਰਜ਼ ਬਣਦਾ ਪ੍ਰਸ਼ਾਸਨ ਨੂੰ ਦੱਸਣਾ ਜ਼ਰੂਰੀ ਸਮਝਦੇ ਸੀ, ਕਿਉਂਕਿ ਕੱਲ ਨੂੰ ਆ ਕੇ ਕੋਈ ਗੱਲਬਾਤ ਕਰਦੇ ਜਾਂ ਬੱਚੇ ਬਾਰੇ ਲਿਜਾਣ ਬਾਰੇ ਗੱਲ ਕਰਦੇ, ਉਸ ਤੋਂ ਪਹਿਲਾਂ ਹੀ ਅਸੀਂ ਐਸਐਸਪੀ ਡੀਐਸਪੀ ਔਰ ਸਿਟੀ 2 ਨੂੰ ਇਨਫੋਰਮੇਸ਼ਨ ਦਿੱਤੀ ਕਿ ਸਾਡਾ ਬੱਚਾ 14 ਸਾਲਾਂ ਬਾਅਦ ਘਰ ਆਇਆ ਤੇ ਇਸ ਕਰਕੇ ਇਹਦੀ ਮਤਲਬ ਕਿ ਜੋ ਵੀ ਇਨਸਾਫ ਮਿਲਣਾ ਚਾਹੀਦਾ। ਤੇ ਬਹੁਤ ਵੱਡਾ ਸਬਕ ਵੀ ਹੈ ਬੱਚਿਆਂ ਲਈ ਵੀ, ਮਾਂ-ਬਾਪ ਲਈ ਵੀ, ਕਿ ਕਦੀ ਇਕੱਲੇ ਬੱਚਿਆਂ ਨੂੰ ਤਾਂ ਛੱਡਣਾ ਹੀ ਨਹੀਂ ਚਾਹੀਦਾ, ਨਾਲੇ ਬੱਚੇ ਵੀ ਸਮਝਦਾਰ ਹੋਣ ਕਿ ਇਕੱਲੇ ਘਰੋਂ ਬਾਹਰ ਨਾ ਨਿਕਲਣ। ਹਾਂਜੀ ਮੈਮ, ਮੈਂ ਇਸ ਏਰੀਏ ਦੀ ਕਾਉਂਸਲਰ ਹਾਂ, ਪਰ ਮੈਂ ਹਰ ਇੱਕ ਨੂੰ ਇਹੀ ਬੇਨਤੀ ਕਰਦੀ ਹਾਂ ਵੀ ਛੋਟੇ ਬੱਚਿਆਂ ਨੂੰ ਕਦੀ ਵੀ ਘਰੋਂ ਬਾਹਰ ਨਾ ਜਾਣ ਦਿਓ, ਕਿਉਂਕਿ ਅੱਜ ਕੱਲ੍ਹ ਦਾ ਮਾਹੌਲ ਇਹੋ ਜਿਹਾ ਕਿ ਕਿਤੇ ਨਾ ਕਿਤੇ ਬੱਚੇ ਕਿਡਨੈਪ ਹੁੰਦੇ ਰਹਿੰਦੇ ਆ। ਪਰ ਇਹਦੇ ਤੋਂ ਕੁਝ ਸਿੱਖਣ ਨੂੰ ਮਿਲਿਆ ਕਿ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਵੀ ਆਪਦੇ ਬੱਚਿਆਂ ਨੂੰ ਕੋਈ ਚੀਜ਼ ਲਿਆਉਣੀ ਆ ਦੁਕਾਨ ਤੋਂ ਤੇ ਖੁਦ ਆਪ ਜਾਣ, ਬੱਚਿਆਂ ਨੂੰ ਭੇਜਣ ਦੀ ਨਾ ਕੋਸ਼ਿਸ਼ ਕਰਨ। ਧੰਨਵਾਦ। ਖਾਸ ਕਰਕੇ ਛੋਟੀ ਉਮਰ ਦੇ ਵਿੱਚ ਤਾਂ ਸਬਕ ਤੁਹਾਨੂੰ ਵੀ ਮਿਲਿਆ ਤੇ ਬਾਕੀ ਬੱਚਿਆਂ ਨੂੰ ਵੀ ਦੇ ਦਿਓ ਕਿ ਇਕੱਲੇ ਘਰੋਂ ਬਾਹਰ ਨਹੀਂ ਨਿਕਲਣਾ। ना ठीक है, हम तो सभी कहते हैं कोई बच्चा ही ना बाहर निकले, कोई निकले भी तो साथ में उनके माँ बाप निकले। आप भी अकेले गए थे ना घर से, हाँ बिना हम भी बताए? अकेले, हाँ बिना बताए गए थे, पर हम तो बहुत पछताने थे। अब घर पे आ गए तो मुझे आज अच्छा लग रहा है। ਤਾਂ ਹੁਣ ਇੱਕ ਵਾਰ ਫਿਰ ਘਰ ਵਿੱਚ ਖੁਸ਼ੀਆਂ ਮੁੜ ਆਈਆਂ ਤੇ ਹੁਣ ਹੱਸਦੇ ਚਿਹਰੇ ਦਿਖਣੇ ਚਾਹੀਦੇ ਸਾਨੂੰ। ਹੁਣ ਘਰ ਵਾਪਸ ਆ ਗਿਆ ਮੁੰਡਾ, ਹੱਸਦੇ ਚਿਹਰੇ ਦਿਖਣਗੇ। ਤੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਕਰਾਈ ਤੇ 14 ਸਾਲ ਤੋਂ ਲਾਪਤਾ ਸੀ ਇਹ ਨੌਜਵਾਨ ਤੇ ਮਾਂ ਨੂੰ ਹਾਲਾਂਕਿ ਪੂਰੀ ਉਮੀਦ ਸੀ, ਮਾਂ-ਬਾਪ ਨੂੰ ਪੂਰੀ ਉਮੀਦ ਸੀ, ਹਾਲਾਂਕਿ ਬਾਪ ਦਾ ਚਿਹਰਾ ਇਹ ਨਹੀਂ ਦੇਖ ਪਾਇਆ। ਜਦੋਂ ਘਰ ਵਾਪਸ ਪਰਤਦਾ ਤਾਂ ਬਾਪ ਕਿਹਾ ਜਾਂਦਾ ਕਿ ਲੱਭਦੇ ਹੀ ਗੁਜ਼ਰ ਗਿਆ, ਕਿ ਇਸੇ ਸ਼ੌਕ ਨਾਲ ਗੁਜ਼ਰ ਗਿਆ ਕਿ ਮੁੰਡਾ ਮੇਰਾ ਲਾਪਤਾ ਹੈ, ਕਿ ਘਰ ਵਾਪਸ ਆਏਗਾ ਨਹੀਂ ਆਏਗਾ। ਹਾਲਾਂਕਿ ਮਾਂ ਦੇ ਦਿਲ ਵਿੱਚ ਆਸ ਜ਼ਰੂਰ ਸੀ ਕਿ ਮੇਰਾ ਮੁੰਡਾ ਜਿਉਂਦਾ ਹੈ ਤੇ ਕਦੀ ਨਾ ਕਦੀ ਮੈਨੂੰ ਜ਼ਰੂਰ ਮਿਲੇਗਾ, ਮੇਰੇ ਗਲੇ ਲੱਗ ਕੇ ਮੈਨੂੰ ਖੁਸ਼ੀਆਂ ਜ਼ਰੂਰ ਦੇਗਾ। ਤਾਂ ਅੱਜ ਅਸੀਂ ਪਹੁੰਚੇ ਸੀ ਮੋਗਾ, ਜਿੱਥੇ ਤੁਹਾਡੀ ਮੁਲਾਕਾਤ ਕਰਾਈ ਤੇ ਘਰਦਿਆਂ ਨਾਲ ਵੀ ਮੁਲਾਕਾਤ ਕਰਾਈ ਤੇ ਕਿਸ ਤਰ੍ਹਾਂ ਤਿਉਹਾਰ ਦਾ ਜਦੋਂ ਦਿਨ ਹੋਵੇ ਤੇ ਭੈਣਾਂ ਉਡੀਕ ਰਹੀਆਂ ਹੋਣ ਭਰਾ ਨੂੰ, ਤਾਂ ਭਰਾ ਆ ਗਿਆ ਤਾਂ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਤਾਂ ਉਮੀਦ ਕਰਦੇ ਹਾਂ ਇਹ ਪੇਸ਼ਕਸ਼ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸਹਿਯੋਗੀ ਸਾਥੀ ਵਿੱਕੀ ਤੇ ਜਸਵਰਮਾ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਮੋਗਾ।